ਇਹ ਪਾਵਨ ਸ਼ਲੋਕ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਲੋਂ ਉਚਾਰਨ ਕੀਤਾ ਹੋਇਆ ਹੈ। ਪੌੜੀ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਕਾਜ ਸਵਾਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਦੁਨਿਆਵੀ ਤੌਰ ਤੇ ਵੇਖੀਏ ਤਾਂ ਸੜਕ ਬਣਾਉਂਦਾ ਕੋਈ ਹੋਰ ਆ, ਉਸ ਦੀ ਵਰਤੋਂ ਕੋਈ ਹੋਰ ਕਰਦਾ ਹੈ। ਦਹੀਂ ਨੂੰ ਰਿੜਕਦਾ ਕੋਈ ਹੋਰ ਹੈ, ਲੱਸੀ ਮੱਖਣ ਕੋਈ ਹੋਰ ਖਾਂਦਾ ਹੈ। ਘਰ ਬਣਾਉਂਦਾ ਚਾਹੇ ਕੋਈ ਹੋਰ ਹੈ, ਉਸ ਦੀ ਵਰਤੋਂ ਕੋਈ ਹੋਰ ਕਰਦਾ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਜੇਕਰ ਤੂੰ ਆਪਣੇ ਜੀਵਨ ਨੂੰ ਸਵਾਰੇਗਾ, ਇਸ ਦਾ ਲਾਭ ਵੀ ਤੈਨੂੰ ਹੈ। ਇਸ ਦਾ ਲਾਭ ਕਿਸੇ ਦੂਜੇ ਨੂੰ ਨਹੀਂ, ਇਸ ਦਾ ਲਾਭ ਵੀ ਤੈਨੂੰ ਹੀ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਦੀ ਗੱਲ ਸਾਨੂੰ ਸਮਝਾਈ ਹੈ। ਇਹ ਜ਼ਿੰਮੇਵਾਰੀ ਸਾਨੂੰ ਦਿੱਤੀ ਹੈ। ਹੁਣ ਸ਼ਲੋਕ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਦੋ ਲਫ਼ਜ਼ ਅਕਸਰ ਹੀ ਸਮਾਜ ਦੇ ਵਿੱਚ ਵਰਤੇ ਜਾਂਦੇ ਨੇ, ਫਿੱਕਾ ਅਤੇ ਇੱਕ ਮਿੱਠਾ। ਇਹ ਬੰਦਾ ਮਿੱਠਾ ਬੋਲਦਾ ਹੈ ਤੇ ਇਹ ਬੰਦਾ ਕੌੜਾ ਬੋਲਦਾ, ਖਰਵਾ ਬੋਲਦਾ। ਹੁਣ ਦੇਖੋ, ਜਦੋਂ ਅਸੀਂ ਬਾਬਾ ਫਰੀਦ ਸਾਹਿਬ ਜੀ ਦੇ ਬਚਨਾਂ ਨੂੰ ਪੜ੍ਹਦੇ ਹਾਂ ਨਾ, ਤਾਂ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਫਰੀਦਾ ਕੰਨ ਮਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਜ਼ੁਬਾਨ ਤੇ ਗੁੜ ਵਰਗੀ ਮਿਠਾਸ ਹੈ। ਦੇਖੋ, ਘਰਾਂ ਦੇ ਵਿੱਚ ਅਨੇਕਾਂ ਵਾਰ ਇਹੋ ਜਿਹੇ ਸਾਨੂੰ ਜੀ ਮਿਲ ਜਾਂਦੇ ਜਿਹੜੇ ਘਰ ਦੇ ਵਿੱਚ ਰਹਿੰਦੇ ਨੇ, ਜਿਹੜੇ ਜ਼ੁਬਾਨ ਤੋਂ ਬੜਾ ਮਿੱਠਾ ਬੋਲਦੇ ਨੇ, ਪਾਪਾ ਜੀ, ਮੰਮੀ ਜੀ, ਸਰਦਾਰ ਜੀ, ਪਰ ਅੰਦਰ ਉਹ ਮੰਤਵ, ਉਹ ਭਾਵਨਾ ਨਹੀਂ ਹੁੰਦੀ। ਪਰ ਕਈ ਵਾਰ ਇਹੋ ਜਿਹੇ ਲੋਕ ਵੀ ਮਿਲਦੇ ਨੇ ਜਿਹੜੇ ਜ਼ੁਬਾਨ ਤੋਂ ਚਾਹੇ ਖਰਵਾ ਬੋਲਦੇ ਹੋਣ, ਪਰ ਅੰਦਰ ਭਾਵਨਾ ਉਹਨਾਂ ਦੀ ਬਹੁਤ ਚੰਗੀ ਹੁੰਦੀ ਹੈ। ਭਾਵਨਾ ਉਹ ਘਰ ਦੇ ਭਲੇ ਦੀ ਲੈ ਕੇ ਬੈਠੇ ਹੁੰਦੇ ਨੇ ਕਿ ਸਾਡੇ ਘਰ ਦਾ ਜਿਹੜਾ ਉਹ ਸਹੀ ਕੰਮ ਚੱਲਦਾ ਰਹੇ, ਸਾਡੇ ਘਰ ਦੇ ਵਿੱਚ ਕੋਈ ਗੜਬੜ ਨਾ ਹੋਵੇ, ਕੋਈ ਕਲੇਸ਼ ਨਾ ਪਵੇ। ਉਹ ਘਰ ਨੂੰ ਸੁਧਾਰਨ ਵਾਲੇ ਪਾਸੇ ਤੁਰਦੇ ਨੇ। ਪਰ ਜਿਹੜਾ ਜ਼ੁਬਾਨ ਤੋਂ ਮਿੱਠਾ ਬੋਲ ਰਿਹਾ ਹੁੰਦਾ, ਉਹਦੇ ਅੰਦਰ ਭਾਵਨਾ ਜਿਹੜੀ ਚੰਗੀ ਕਈ ਵਾਰ ਨਹੀਂ ਹੁੰਦੀ, ਜਿਹੜਾ ਜ਼ੁਬਾਨ ਤੋਂ ਮਿੱਠਾ ਬੋਲਦਾ। ਤੇ ਬਾਬਾ ਫਰੀਦ ਸਾਹਿਬ ਨੇ ਆਖਿਆ, ਜ਼ੁਬਾਨ ਤੇ ਗੁੜ ਵਰਗੀ ਮਿਠਾਸ ਤੇ ਅੰਦਰ ਹੈ ਜਿਹੜੀ ਉਹ ਕੈਂਚੀ ਚੱਲ ਰਹੀ ਆ। ਹੁਣ ਦੇਖੋ, ਸਕੂਲ ਦੀ ਗੱਲ ਕਰੀਏ ਅਸੀਂ, ਟੀਚਰ ਦੋ ਪ੍ਰਕਾਰ ਦੇ ਹੁੰਦੇ ਨੇ। ਇੱਕ ਟੀਚਰ ਉਹ ਹੁੰਦਾ ਜਿਹੜਾ ਖਰਵਾ ਬੋਲਦਾ ਹੈ, ਬੱਚੇ ਨੂੰ ਡਾਂਟਦਾ ਜੇਕਰ ਕੰਮ ਕਰਕੇ ਨਹੀਂ ਆਇਆ, ਹੋਮਵਰਕ ਨਹੀਂ ਕੀਤਾ, ਸਕੂਲ ਟਾਈਮ ਤੇ ਨਹੀਂ ਆਇਆ, ਪ੍ਰੇਅਰ ਦੇ ਵਿੱਚ ਆ ਕੇ ਹਾਜ਼ਰ ਨਹੀਂ ਹੋਇਆ। ਅਕਸਰ ਹੀ ਬੱਚਿਆਂ ਨੂੰ ਉਹ ਟੀਚਰ ਚੰਗੇ ਨਹੀਂ ਲੱਗਦੇ ਜਿਹੜੇ ਉਹਨਾਂ ਨੂੰ ਡਾਂਟਦੇ ਨੇ। ਬੱਚਿਆਂ ਨੂੰ ਉਹ ਟੀਚਰ ਚੰਗੇ ਲੱਗਦੇ ਨੇ ਜਿਹੜੇ ਉਹਨਾਂ ਨੂੰ ਕੁਝ ਕਹਿਣ ਨਾ, ਕਦੀ ਡਾਂਟਣ ਨਾ। ਵੈਸੇ ਪੁਰਾਣੇ ਸਮੇਂ ਦੇ ਵਿੱਚ ਟੀਚਰ ਹੱਥ ਵੀ ਚੁੱਕ ਲਿਆ ਕਰਦੇ ਸੀ। ਅਜੋਕਾ ਸਮਾਂ ਇਸ ਤਰ੍ਹਾਂ ਦਾ ਨਹੀਂ ਹੈ। ਅੱਜ ਟੀਚਰ ਬੱਚਿਆਂ ਨੂੰ ਕੁਝ ਕਹਿੰਦਾ ਵੀ ਨਹੀਂ ਹੈ। ਹੁਣ ਬੱਚਿਆਂ ਨੂੰ ਟੀਚਰ ਉਹ ਚੰਗਾ ਲੱਗਦਾ ਜਿਹੜਾ ਡਾਂਟਦਾ ਨਹੀਂ। ਅਸਲ ਦੇ ਵਿੱਚ ਜਿਹੜਾ ਡਾਂਟ ਰਿਹਾ ਨਾ, ਉਹਦੀ ਭਾਵਨਾ ਚੰਗੀ ਹੈ, ਹੋ ਸਕਦੀ ਹੈ, ਮਗਰ ਕਿ ਇਹ ਬੱਚਾ ਪੜ੍ਹ ਲਿਖ ਕੇ ਅੱਗੇ ਚੰਗੀ ਨੌਕਰੀ ਪ੍ਰਾਪਤ ਕਰੇ। ਹੁਣ ਚੰਗਾ ਫਿਰ ਕਿਹੜਾ ਹੋਇਆ ਜਿਹੜਾ ਡਾਂਟ ਰਿਹਾ, ਜਿਹੜਾ ਉਸਦੇ ਭਲਾ ਸੋਚ ਰਿਹਾ। ਘਰਾਂ ਦੇ ਵਿੱਚ ਕਈ ਵਾਰ ਮਾਂ ਜਿਹੜੀ ਧੀ ਨੂੰ ਡਾਂਟ ਵੀ ਲੈਂਦੀ ਹੈ, ਮਾਰ ਵੀ ਲੈਂਦੀ ਹੈ, ਕਿਉਂਕਿ ਉਹ ਚਾਹੁੰਦੀ ਹੈ ਕਿ ਅੱਜ ਜੇਕਰ ਇਸ ਨੂੰ ਮੈਂ ਡਾਂਟਾਂਗੀ, ਇਹ ਕੰਮ ਸਹੀ ਨਹੀਂ ਕਰਦੀ, ਤਾਂ ਅੱਜ ਇਹ ਕੰਮ ਸਵਾਰ ਕੇ ਕਰੇਗੀ, ਠੀਕ ਹੈ। ਕਿਉਂਕਿ ਇਹਨੂੰ ਪਤਾ ਹੈ ਮਾਂ ਨੂੰ ਕਿ ਮੈਂ ਸਹੁਰੇ ਘਰ ਦੇ ਵਿੱਚ ਇਹਦੇ ਨਾਲ ਨਹੀਂ ਜਾਣਾ। ਜੇਕਰ ਇਹਨੇ ਕੋਈ ਗੁਣ ਸਿੱਖਿਆ ਹੋਵੇਗਾ ਤੇ ਇਹਦੀ ਸਹੁਰੇ ਘਰ ਦੇ ਵਿੱਚ ਕਦਰ ਪੈਣੀ ਹੈ ਤੇ ਇਸ ਨੂੰ ਵਸਣ ਦੇ ਵਿੱਚ ਉਹ ਗੁਣ ਸਹਾਇਤਾ ਕਰਨਗੇ। ਹੁਣ ਪਿਓ ਜੇਕਰ ਕੁਝ ਨਹੀਂ ਕਹਿੰਦਾ ਜਾਂ ਦਾਦਾ ਕੁਝ ਨਹੀਂ ਕਹਿੰਦੀ, ਜਦੋਂ ਮਾਂ ਝਿੜਕਦੀ ਹੈ ਤਾਂ ਬੱਚਾ ਭੱਜ ਕੇ ਦਾਦੀ ਦਾਦੇ ਦੇ ਕੋਲ ਜਾਂ ਪਿਓ ਦੇ ਕੋਲ ਜਾਂਦਾ ਹੈ। ਬੱਚੇ ਨੂੰ ਲੱਗਦਾ ਹੈ ਕਿ ਮੇਰੀ ਮਾਂ ਮੈਨੂੰ ਡਾਂਟ ਰਹੀ ਹੈ, ਚੰਗੀ ਨਹੀਂ। ਅਸਲ ਦੇ ਵਿੱਚ ਉਹਦੀ ਮਾਂ ਉਸ ਨੂੰ ਸਵਾਰਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਮੇਰੀ ਧੀ ਦਾ ਜੀਵਨ ਚੰਗਾ ਬਣ ਜਾਵੇ, ਇਹਨੂੰ ਕਿਤੇ ਜਾ ਕੇ ਮਿਹਣਾ ਨਾ ਵੱਜੇ ਕਿ ਇਹਨੇ ਪੇਕੇ ਘਰ ਦੇ ਵਿੱਚ ਕੁਝ ਸਿੱਖਿਆ ਨਹੀਂ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਦੋ ਗੱਲਾਂ ਸਮਝਾਈਆਂ ਨੇ ਕਿ ਜ਼ੁਬਾਨ ਤੇ ਗੁੜ ਵਰਗੀ ਮਿਠਾਸ ਹੈ ਤੇ ਅੰਦਰ ਕੈਂਚੀ ਚੱਲ ਰਹੀ ਹੈ। ਤੇ ਆਪਾਂ ਸਿਰਫ ਕੀ ਵੇਖਦੇ ਹਾਂ ਕਿ ਬੰਦਾ ਬੜਾ ਮਿੱਠਾ ਬੋਲ ਰਿਹਾ। ਕਈ ਵਾਰ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਸਿਰਫ ਬਾਹਰੀ ਮਿਠਾਸ ਵੇਖ ਕੇ ਬੰਦਾ ਲੁੱਟਿਆ ਜਾਂਦਾ ਹੈ। ਅਸੀਂ ਪਿੱਛੇ
ਸ਼ਲੋਕ ਵਿਚਾਰ ਕੇ ਆਏ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਕਿ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੀ ਸੀਸ ਨਿਵਾਇਆ ਕਿਆ ਥੀਆ ਜਾ ਹਿਰਦੈ ਕੁਛ ਦੇ ਜਾਹੀ। ਅਪਰਾਧੀ ਨਿਆਉਂਦਾ ਹੈ ਪਰ ਕਿਉਂ? ਕਿਉਂਕਿ ਉਹ ਹਿਰਨ ਦਾ ਸ਼ਿਕਾਰ ਕਰਨਾ ਚਾਹੁੰਦਾ ਹੈ। ਨਿਵਿਆ ਤਾਂ ਉਹ ਵੀ ਹੋਇਆ ਹੈ, ਮੰਤਵ ਕੀ ਹੈ? ਨਿਉ ਕਿਉਂ ਰਿਹਾ ਕਿ ਉਹ ਹਿਰਨ ਦਾ ਸ਼ਿਕਾਰ ਕਰ ਲਵੇ। ਮੰਤਵ ਵੇਖਣਾ ਪਵੇਗਾ ਭਾਵਨਾ ਮਗਰ ਕੀ ਕੰਮ ਕਰ ਰਹੀ ਹੈ। ਹੁਣ ਦੋ ਗੱਲਾਂ ਮੈਂ ਵਾਰ-ਵਾਰ ਸਾਂਝੀਆਂ ਕਰ ਰਿਹਾ ਕਿ ਹੋ ਸਕਦਾ ਹੈ ਜਿਹੜਾ ਬੰਦਾ ਜ਼ੁਬਾਨ ਤੋਂ ਖਰਵਾ ਬੋਲ ਰਿਹਾ ਉਹਦੇ ਅੰਦਰ ਭਾਵਨਾ ਮੰਤਵ ਚੰਗਾ ਹੋਵੇ, ਤੇ ਜਿਹੜਾ ਜ਼ੁਬਾਨ ਤੋਂ ਮਿੱਠਾ ਬੋਲ ਰਿਹਾ ਤੇ ਉਹਦੀ ਭਾਵਨਾ ਅੰਦਰ ਚੰਗੀ ਨਾ ਹੋਵੇ। ਤੇ ਜੇ ਚੰਗਾ ਹੋਵੇ ਕਿ ਜੋ ਜ਼ੁਬਾਨ ਤੇ ਮਿਠਾਸ ਹੈ ਅੰਦਰ ਭਾਵਨਾ ਮਿਠਾਸ ਇਹ ਅੰਦਰ ਹੀ ਹੋਵੇ, ਮੰਤਵ ਚੰਗਾ ਹੋਵੇ, ਫਿਰ ਤਾਂ ਸੋਨੇ ਤੇ ਸੁਹਾਗਾ, ਸੋਨਾ ਸੀ ਤੇ ਉੱਤੇ ਸੁਹਾਗਾ ਹੋ ਗਿਆ। ਪਰ ਜੇਕਰ ਜ਼ੁਬਾਨ ਤੇ ਵੀ ਖਰਵਾਪਨ ਹੈ ਤੇ ਅੰਦਰ ਵੀ ਉਹ ਕੁਝ ਚੱਲ ਰਿਹਾ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਜਿਸ ਮਨੁੱਖ ਦੇ ਜੀਵਨ ਦੇ ਵਿੱਚੋਂ ਮਿਠਾਸ ਖਤਮ ਹੋ ਜਾਵੇ, ਫਿੱਕਾਪਨ ਰਹਿ ਜਾਏ, ਫਿੱਕਾ ਮੂਰਖ ਆਖੀਐ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਨੂੰ ਮੂਰਖ ਆਖਿਆ ਪਾਣਾ ਲਹਿ ਸਜਾਏ। ਉਹ ਹਰੇਕ ਥਾਂ ਤੇ ਬੇਇੱਜ਼ਤ ਹੁੰਦਾ ਹੈ, ਆਪਣੀ ਬੇਇੱਜ਼ਤੀ ਹੀ ਕਰਵਾਉਂਦਾ ਹੈ। ਪਾਣਾ ਭਾਵ ਜੁੱਤੀਆਂ, ਜੁੱਤੀਆਂ ਭਾਵ ਬੇਇੱਜ਼ਤੀ ਕਰਾਉਣੀ ਹਰ ਥਾਂ ਤੇ। ਹੁਣ ਜਦੋਂ ਇੱਕ ਗੱਲ ਹੋਰ ਸਾਂਝੀ ਕਰਦੇ ਹਾਂ, ਆਮ ਤੌਰ ਤੇ ਨਾ ਸਮਾਜ ਦੇ ਵਿੱਚ ਕਿਹਾ ਜਾਂਦਾ ਹੈ ਕਿ ਸੱਚ ਕੌੜਾ ਹੁੰਦਾ, ਪਰ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਵਿੱਚ ਸੱਚ ਨੂੰ, ਕਿਉਂਕਿ ਸੱਚ ਸਾਡਾ ਖਸਮ ਹੈ, ਇਸ ਨੂੰ ਮਿੱਠਾ ਆਖਿਆ। ਕਿਵੇਂ? ਅਸੀਂ ਜਦੋਂ ਇਹ ਪਾਵਨ ਬਚਨ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ, ਗੁਸਾਈ ਮਹਿੰਡਾ ਇਠੜਾ ਅੰਬੇ ਥਾਮੋ ਮਿਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀ ਕੋਏ ਜੀ। ਕਿ ਤੇਰੇ ਵਰਗਾ ਕੋਈ ਹੈ ਹੀ ਨਹੀਂ। ਇਹ ਅਕਾਲ ਪੁਰਖ ਪਰਮਾਤਮਾ ਬੜਾ ਮਿੱਠਾ ਹੈ। ਇਹ ਮਾਂ ਪਿਓ ਦੇ ਨਾਲ ਵੀ ਮਿਠਾਸ ਇਹਦੇ ਅੰਦਰ ਜ਼ਿਆਦੀ ਹੈ। ਸੱਚ ਦੇ ਅੰਦਰ ਸੱਚ ਸਭਨਾ ਦਾ ਖਸਮ ਹੈ, ਸਾਥੀ ਸਭਨਾ ਦਾ ਖਸਮ ਹੈ। ਤੇ ਆਮ ਕਰਕੇ ਸੱਚ ਨੂੰ ਕੌੜਾ ਕਿਹਾ ਜਾਂਦਾ, ਪਰ ਗੁਰਬਾਣੀ ਨੇ ਆਖਿਆ ਸੱਚ ਹੈ ਜਿਹੜਾ ਇਹ ਮਿੱਠਾ ਹੈ। ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀ ਕੋਈ ਜੀ। ਭੈਣ ਭਰਾ ਦੇ ਨਾਲੋਂ ਵੀ ਸੱਚ ਜ਼ਿਆਦਾ ਮਿੱਠਾ ਹੈ। ਹੁਣ ਇਹੋ ਜਿਹੇ ਭੈਣ ਭਰਾ ਦੀਆਂ ਮਿਸਾਲਾਂ ਵੀ ਸਮਾਜ ਦੇ ਵਿੱਚ ਮਿਲ ਜਾਂਦੀਆਂ ਨੇ, ਜਿਹੜੇ ਭਰਾ ਭੈਣਾਂ ਆਪਸ ਦੇ ਵਿੱਚ ਸਾਹਾਂ ਦੇ ਵਿੱਚ ਸਾਹ ਲੈਂਦੇ ਨੇ। ਇੱਕ ਦੇ ਉੱਤੇ ਦੁੱਖ ਆਉਂਦਾ ਹੈ ਤਾਂ ਉਹ ਸਮਝਦੇ ਨੇ ਕਿ ਇਹ ਦੁੱਖ ਉਹਦੇ ਤੇ ਨਹੀਂ ਮੇਰੇ ਤੇ ਆਇਆ, ਪਰ ਉਹ ਉਂਗਲਾਂ ਤੇ ਗੁੰਨ ਵਾਲੇ ਹੁੰਦੇ ਨੇ। ਹੁਣ ਉੱਥੇ ਪਾਤਸ਼ਾਹ ਜੀ ਨੇ ਆਖਿਆ ਭੈਣ ਭਾਈ ਸਭ ਸੱਜਣਾ ਤੁਲ ਜਿਹਾ ਨਾਹੀ ਕੋਏ ਜੀਉ। ਸੱਚ ਮਿੱਠਾ ਹੈ ਭੈਣ ਭਰਾ ਮਾਂ ਪਿਓ ਦੇ ਨਾਲੋਂ ਵੀ। ਹੁਣ ਬੰਦੇ ਨੂੰ ਬੁਖਾਰ ਚੜ੍ਹਿਆ ਹੋਵੇ ਨਾ, ਭਾਵੇਂ ਮਿੱਠੀ ਚੀਜ਼ ਵੀ ਦਿਓ ਉਹਨੂੰ ਕੌੜੀ ਲੱਗਦੀ ਹੈ, ਕਿਉਂਕਿ ਉਹ ਠੀਕ ਨਹੀਂ, ਤੰਦਰੁਸਤ ਨਹੀਂ, ਉਹਨੂੰ ਬੁਖਾਰ ਚੜ੍ਹਿਆ ਹੋਇਆ ਤੇ ਉਸਨੂੰ ਹਰੇਕ ਚੀਜ਼ ਹੀ ਕੌੜੀ ਲੱਗਦੀ ਹੈ। ਉਹ ਕਹਿੰਦਾ ਆ ਵੀ ਚੀਜ਼ ਤੁਸੀਂ ਮੈਨੂੰ ਕੌੜੀ ਫੜਾ ਦਿੱਤੀ ਹੈ, ਆ ਵੀ ਚੀਜ਼ ਮੈਨੂੰ ਕੌੜੀ ਫੜਾਈ। ਇਸੇ ਤਰ੍ਹਾਂ ਜਦੋਂ ਬੰਦੇ ਨੂੰ ਵਿਕਾਰਾਂ ਦਾ ਬੁਖਾਰ ਚੜ੍ਹਿਆ ਹੋਇਆ ਨਾ, ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਤਾਂ ਬੰਦੇ ਨੂੰ ਸੱਚ ਹਮੇਸ਼ਾ ਕੌੜਾ ਹੀ ਲੱਗਦਾ, ਉਹ ਸੱਚ ਨੂੰ ਕਦੀ ਮਿੱਠਾ ਨਹੀਂ ਕਹਿੰਦਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਜਿਸ ਬੰਦੇ ਦਾ ਜੀਵਨ ਬੇਰਸਾ ਹੋ ਜਾਂਦਾ, ਰਸ ਜਿਹਦੇ ਅੰਦਰ ਕੋਈ ਨਹੀਂ ਰਹਿ ਜਾਂਦਾ, ਗੁਣ ਚੰਗਿਆਈਆਂ ਤੱਤ ਕੁਝ ਨਹੀਂ ਹੈ ਜੀਵਨ ਦੇ ਵਿੱਚ, ਪਾਣਾ ਲਹਿ ਸਜਾਏ। ਪਾਤਸ਼ਾਹ ਜੀ ਨੇ ਆਖਿਆ ਉਹ ਬੰਦਾ ਹਰੇਕ ਥਾਂ ਤੇ ਜੁੱਤੀਆਂ ਹੀ ਖਾਂਦਾ ਹੈ, ਭਾਵ ਬੇਇੱਜ਼ਤ ਹੀ ਹੁੰਦਾ ਹੈ, ਉਹਦੇ ਜੀਵਨ ਦੇ ਅੰਦਰ ਗੁਣ ਕੋਈ ਨਹੀਂ, ਕਿਉਂਕਿ ਉਹਨੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਇਹ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਇਆ, ਆਪਣੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਦੇ ਕਾਜ ਸਵਾਰਨ ਦੀ ਜ਼ਿੰਮੇਵਾਰੀ ਆਪ ਚੁੱਕੀ ਨਹੀਂ ਹੈ। ਇਸੇ ਕਰਕੇ ਉਸ ਦੇ ਜੀਵਨ ਹੈ ਜਿਹੜਾ ਉਹ ਬੇਰਸਾ ਹੋ ਗਿਆ ਤੇ ਹਰੇਕ ਥਾਂ ਤੇ ਬੇਇੱਜ਼ਤ ਹੋ ਰਿਹਾ। ਹੁਣ ਪਹਿਲੀ ਪੰਕਤੀ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਰਮਾਇਆ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਦੋ ਗੱਲਾਂ ਵਾਰ-ਵਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜਾ ਬੰਦਾ ਜ਼ੁਬਾਨ ਤੋਂ ਮਿੱਠਾ ਬੋਲ ਰਿਹਾ ਹੋ ਸਕਦਾ ਅੰਦਰ ਭਾਵਨਾ ਚੰਗੀ ਨਾ ਹੋਵੇ, ਜਿਹੜਾ ਬੰਦਾ ਜ਼ੁਬਾਨ ਤੋਂ ਖਰਵਾ ਬੋਲ ਰਿਹਾ ਅੰਦਰ ਭਾਵਨਾ ਚੰਗੀ ਹੋ ਸਕਦੀ ਹੈ। ਜਿਸ ਤਰ੍ਹਾਂ ਅਸੀਂ ਟੀਚਰ ਦੀ ਉਦਾਹਰਨ ਲਈ ਹੈ, ਇੱਕ ਮਾਂ ਦੀ ਉਦਾਹਰਨ ਲਈ ਹੈ, ਇਸੇ ਤਰ੍ਹਾਂ ਤੇ ਜੇਕਰ ਅੰਦਰ ਤੇ ਬਾਹਰੋਂ ਮਿਠਾਸ ਹੋ ਜਾਵੇ, ਭਾਵਨਾ ਅੰਦਰੋਂ ਚੰਗੀ ਹੋਵੇ ਤੇ ਬਾਹਰੋਂ ਮਿੱਠਾ ਬੋਲੇ, ਫਿਰ ਤਾਂ ਸੋਨੇ ਤੇ ਸੁਹਾਗਾ ਹੈ। ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਇੱਕ ਤਾਂ ਅੰਦਰ ਭਾਵਨਾ ਮਾੜੀ ਹੈ
ਤੇ ਜ਼ੁਬਾਨ ਤੋਂ ਵੀ ਉਹ ਕੌੜਾ ਬੋਲ ਰਿਹਾ। ਹੁਣ ਦੇਖੋ ਬੱਸਾਂ ਦੇ ਵਿੱਚ ਕਈ ਨਾ ਗੋਲੀਆਂ ਜਿਹੀਆਂ ਵੇਚਣ ਵਾਲੇ ਚੜ੍ਹ ਜਾਂਦੇ ਨੇ। ਇੱਕ ਤਾਂ ਉਹ ਘਟੀਆ ਸਮਾਨ ਵੇਚਦੇ ਹੁੰਦੇ ਨੇ ਤੇ ਅੱਗੋਂ ਬੋਲਦੇ ਵੀ ਖਰਵਾਣੇ। ਤੇ ਕਈ ਲੋਕ ਕਹਿ ਦਿੰਦੇ ਨੇ ਕਿ ਸਮਾਨ ਜੇਕਰ ਘਟੀਆ ਬੋਲਣਾ ਤੇ ਜ਼ੁਬਾਨ ਮਿਠਾਸ ਹੈ ਜਿਹੜੀ ਕੋਈ ਆਪਣੇ ਜੀਵਨ ਦੇ ਵਿੱਚ ਚੰਗੀ ਲੈ ਆ ਤੇ ਮਿਠਾਸ ਤੇ ਜੀਵਨ ਦੇ ਵਿੱਚ ਹੋਣੀ ਚਾਹੀਦੀ ਹੈ। ਹੁਣ ਅੰਦਰ ਵੀ ਤੇ ਬਾਹਰ ਵੀ ਦੋਵਾਂ ਚੀਜ਼ਾਂ ਦੀ ਮਿਠਾਸ ਨਹੀਂ ਹੈ। ਬਾਹਰੋਂ ਵੀ ਖਰਵਾ ਹੈ ਤੇ ਅੰਦਰੋਂ ਵੀ ਖਰਵਾਪਨ ਹੈ। ਤੇ ਜੇਕਰ ਬਾਹਰੋਂ ਮਿੱਠਾ ਬੋਲੇ ਦਿਲ ਕਾਤੀ ਗੁੜਬਾਤ ਤਾਂ ਕੁਝ ਹੱਦ ਤੱਕ ਠੀਕ ਸੀ, ਲੋਕਾਂ ਨੂੰ ਮਾੜਾ ਮੋਟਾ ਚੰਗਾ ਤਾਂ ਲੱਗਦਾ ਸੀ। ਪਰ ਜੇਕਰ ਜੀਵਨ ਦੇ ਵਿੱਚੋਂ ਵੀ ਮਿਠਾਸ ਖਤਮ ਹੋ ਜਾਵੇ ਤੇ ਬਾਹਰੋਂ ਵੀ ਰੁੱਖਾ ਬੋਲ ਰਿਹਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਜ਼ੁਬਾਨ ਤੋਂ ਵੀ ਫਿੱਕਾ ਬੋਲ ਰਿਹਾ ਸੀ ਤੇ ਅੰਦਰ ਵੀ ਫਿੱਕਾਪਨ ਹੈ, ਅੰਦਰ ਭਾਵਨਾ ਵੀ ਮਨਤਾ ਵੀ ਚੰਗਾ ਨਹੀਂ ਹੈ। ਕਿਉਂਕਿ ਜੇਕਰ ਮਨ ਦੇ ਅੰਦਰ ਵਿਚਾਰ ਚੰਗੇ ਨਹੀਂ ਹੈਗੇ ਤਾਂ ਤਨ ਨੇ ਤਾਂ ਆਪਣੇ ਆਪ ਹੀ ਫਿੱਕਾ ਹੋਣਾ ਹੈ। ਕਿਉਂਕਿ ਮਨ ਰਾਜਾ, ਸੁਲਤਾਨ ਮਨ ਰਾਜਾ ਹੈ, ਸੁਲਤਾਨ ਹੈ। ਮਨ ਦੇ ਅੰਦਰ ਵਿਚਾਰ ਹੀ ਕੋਈ ਚੰਗੀ ਨਹੀਂ ਹੈਗੀ ਤਾਂ ਬਾਹਰੋਂ ਤਾਂ ਅਸੀਂ ਆਸ ਹੀ ਨਹੀਂ ਲਾ ਸਕਦੇ ਕਿ ਬੰਦੇ ਦਾ ਮਿੱਠਾ ਬੋਲਿਆ ਜਾਂ ਜੋ ਕੁਝ ਕਰ ਰਿਹਾ ਹੈ ਚੰਗਾ ਹੋ ਸਕਦਾ, ਉਸਦਾ ਸਵਾਰਥ ਵੀ ਹੋ ਸਕਦਾ ਹੈ ਜੇਕਰ ਭਾਵਨਾ ਚੰਗੀ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨਾਨਕ ਫਿੱਕਾ ਬੋਲੇ ਹੈ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀ ਹੈ ਫਿੱਕੇ ਫਿੱਕੀ ਸੋਏ। ਹੁਣ ਸਮਾਜ ਦੇ ਅੰਦਰ ਉਸ ਦੀ ਪਹਿਚਾਣ ਹੀ ਬਣ ਜਾਂਦੀ ਹੈ। ਫਿੱਕੋ ਫਿੱਕਾ ਸਦੀ ਹੈ। ਪਾਤਸ਼ਾਹ ਜੀ ਨੇ ਕਹੇ ਨਾਨਕ ਜੇ ਮਨੁੱਖ ਰੁੱਖੇ ਬਚਨ ਬੋਲਦਾ ਹੈ ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਨੇ। ਜੇਕਰ ਮਨ ਦੇ ਅੰਦਰ ਵਿਚਾਰ ਰੁੱਖੀ ਹੈ ਤਾਂ ਫਿਰ ਜਿਹੜਾ ਤਨ ਹੈ ਉਹ ਵੀ ਰੁੱਖਾ ਹੀ ਹੋ ਜਾਂਦਾ ਹੈ। ਤਨ ਦੇ ਵਿੱਚ ਵੀ ਮਿਠਾਸ ਨਹੀਂ ਰਹਿ ਜਾਂਦੀ ਤਾਂ ਲੋਕ ਕਹਿੰਦੇ ਨੇ ਕਿ ਬੰਦਾ ਕਿਸ ਦੇ ਕੰਮ ਨਹੀਂ ਆਉਂਦਾ ਤੇ ਬੜਾ ਫਿੱਕਾ ਬੰਦਾ ਹੈ, ਇਹਦੀ ਭਰਾਵਾਂ ਨਾਲ ਨਹੀਂ ਬਣੀ, ਇਹਦੀ ਕਿਤੇ ਕੰਮ ਜਾਂਦਾ ਆਪ ਉੱਥੇ ਨਹੀਂ ਬਣੀ, ਇਹਦੀ ਦੋਸਤਾਂ ਨਾਲ ਨਹੀਂ ਬਣਦੀ, ਇਹਨੇ ਵਿਗਾੜੀ ਆ ਹਰੇਕ ਥਾਂ ਤੇ। ਉਦੋਂ ਤੱਕ ਇਹ ਬੰਦੇ ਨੂੰ ਬੁਲਾਉਂਦਾ ਜਦੋਂ ਤੱਕ ਮਤਲਬ ਹੋਏ। ਬਾਅਦ ਦੇ ਵਿੱਚ ਇਹਨੇ ਤੇ ਦੋਸਤ ਵੀ ਬਦਲਣੇ ਸ਼ੁਰੂ ਕਰ ਦਿੰਦਾ, ਇਹ ਕਿਸੇ ਕੰਮ ਦਾ ਬੰਦਾ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਫਿਰ ਪਹਿਚਾਣ ਕੀ ਬਣਦੀ ਹੈ ਉਸਦੀ? ਫਿੱਕੋ ਫਿੱਕਾ ਸਦੀ ਹੈ ਫਿੱਕੇ ਫਿੱਕੀ ਸੋਏ। ਪਾਤਸ਼ਾਹ ਜੀ ਕਹਿੰਦੇ ਭਾਵ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ। ਰੁੱਖਾ ਬੋਲਣ ਵਾਲਾ ਲੋਕਾਂ ਵਿੱਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਵੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਨੇ, ਲੋਕ ਉਹਨੂੰ ਮਾੜਾ ਹੀ ਕਹਿੰਦੇ ਨੇ। ਹੁਣ ਜਦੋਂ ਅਸੀਂ ਗੁਰਬਾਣੀ ਦੇ ਵਿੱਚੋਂ ਪਾਵਨ ਬਚਨ ਪੜ੍ਹਦੇ ਹਾਂ ਨਾ, ਜਿੱਥੇ ਪਾਤਸ਼ਾਹ ਜੀ ਨੇ ਬੜਾ ਸੋਹਣਾ ਫਰਮਾਇਆ, ਕਹਿਣ ਲੱਗੇ ਜਿਨੀ ਨ ਪਾਇਓ ਪ੍ਰੇਮ ਰਸ ਕੰਤ ਨ ਪਾਇਓ ਸਾਓ, ਸੁਣੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਓ। ਬੜੀ ਸੋਹਣੀ ਉਦਾਹਰਨ ਦਿੱਤੀ। ਅੱਜ ਤਾਂ ਵੈਸੇ ਜੇਕਰ ਕੋਈ ਗੈਸਟ ਕੋਈ ਪ੍ਰਾਹੁਣਾ ਆਵੇ ਤਾਂ ਫੋਨ ਕਰਕੇ ਆਉਂਦੇ ਨੇ ਕਿ ਘਰ ਹੈ ਜੇ ਹੈਗੇ ਜੇ ਜਾਂ ਨਹੀਂ। ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਪ੍ਰਾਹੁਣੇ ਨੇ ਆਉਣਾ ਕੋਈ ਫੋਨ ਫਾਨੋਂ ਤਾਂ ਬਹੁਤੇ ਨਹੀਂ ਹੁੰਦੇ ਸੀ ਤੇ ਬਾਦਸ਼ਾਹ ਜੀ ਨੇ ਆਖਿਆ ਜਿਨੀ ਨ ਪਾਇਓ ਪ੍ਰੇਮ ਰਸ, ਜਿਨ੍ਹਾਂ ਨੇ ਅਕਾਲ ਪੁਰਖ ਦੇ ਪਿਆਰ ਨੂੰ ਪ੍ਰਾਪਤ ਨਹੀਂ ਕੀਤਾ, ਪਿਆਰ ਨੂੰ ਹਾਸਲ ਨਹੀਂ ਕੀਤਾ, ਪਿਆਰ ਦੀ ਪ੍ਰਾਪਤੀ ਨਹੀਂ ਹੋਈ। ਜੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਓ, ਅਕਾਲ ਪੁਰਖ ਪਰਮਾਤਮਾ ਦੇ ਕੰਤ ਦੇ ਸਵਾਦ ਨੂੰ ਜਾਣਿਆ ਹੀ ਨਹੀਂ, ਚਖਿਆ ਹੀ ਨਹੀਂ ਹੈ। ਸੁਣੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਓ। ਉਦਾਹਰਨ ਬੜੀ ਸੋਹਣੀ ਦਿੱਤੀ। ਕਹਿੰਦੇ ਜਿਵੇਂ ਘਰ ਦੇ ਵਿੱਚ ਕੋਈ ਪ੍ਰਾਹੁਣਾ ਆਵੇ, ਅੱਗੋਂ ਤਾਲੇ ਲੱਗੇ, ਮੇਨ ਗੇਟ ਖੁੱਲ੍ਹਾ ਹੋਵੇ, ਬਾਕੀ ਸਾਰਾ ਲੋਕ ਲੱਗਾ ਹੋਵੇ। ਸੁਣੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਓ। ਮੰਜਾ ਢਾ ਕੇ ਬਹਿ ਗਿਆ, ਖਲੋਤਾ ਸੀ ਮੰਜਾ ਢਾ ਕੇ ਬਹਿ ਗਿਆ, ਉਡੀਕਦਾ ਰਿਹਾ, ਘੰਟਾ ਉਡੀਕਿਆ, 2 ਘੰਟੇ ਉਡੀਕੇ, ਜਿਵੇਂ ਆਇਆ ਸੀ ਉਵੇਂ ਜਾਣਾ ਪਿਆ। ਹੁਣ ਦੇਖੋ ਘਰ ਦੇ ਵਿੱਚ ਸਮਾਨ ਸਭ ਕੁਝ ਸੀ, ਫਰਿੱਜਾਂ ਭਰੀਆਂ ਪਈਆਂ ਸੀ, ਫਰੂਟ ਦੇ ਨਾਲ ਦੁੱਧ ਘਿਓ ਸਭ ਕੁਝ ਪਿਆ ਸੀ, ਪਰ ਉਸ ਨੂੰ ਰਿਸੀਵ ਕਰਨ ਵਾਲਾ ਕੋਈ ਨਹੀਂ ਸੀ। ਜਿਹੜਾ ਉਹਨੂੰ ਚਾਹ ਪਾਣੀ ਪੁੱਛੇ, ਉਸ ਨੂੰ ਫਲ ਫਰੂਟ ਚੀਰ ਕੇ ਦੇਵੇ, ਕੋਈ ਹੈ ਨਹੀਂ ਸੀ। ਜਿਵੇਂ ਆਇਆ ਸੀ ਉਵੇਂ ਜਾਣਾ ਪਿਆ। ਕੋਈ ਘਰ ਦੇ ਅੰਦਰ ਤਾਲੇ ਲੱਗੇ ਸੀ, ਅੱਗੋਂ ਕੋਈ ਹੈ ਨਹੀਂ ਸੀ। ਹੁਣ ਪਾਤਸ਼ਾਹ ਜੀ ਨੇ ਆਖਿਆ ਜਿਹਨੇ ਇੱਥੇ ਆ ਕੇ ਪ੍ਰੇਮ ਨੂੰ ਨਹੀਂ ਜਾਣਿਆ, ਅਕਾਲ ਪੁਰਖ ਦੇ ਸਵਾਦ ਨੂੰ ਨਹੀਂ ਚਖਿਆ, ਕਹਿੰਦੇ ਉਹਦੇ ਹਾਲਾਤ ਵੀ ਉਸ ਪ੍ਰਾਹੁਣੇ ਵਰਗੇ ਨੇ। ਜਿਵੇਂ ਉਹ ਆ ਕੇ ਚਲਾ ਗਿਆ ਐਵੇਂ ਬੰਦਾ ਚਲਾ ਜਾਂਦਾ। ਹੁਣ ਦੇਖੋ ਹੈ ਸਭ ਕੁਝ ਹੈ, ਗੁਣ ਸਾਡੇ ਅੰਦਰ ਹੀ ਨੇ, ਪਰ ਜੇਕਰ ਸਵਾਦ ਨੂੰ ਨਹੀਂ ਚਖਿਆ, ਅਕਾਲ ਪੁਰਖ ਦੇ ਪਿਆਰ ਨੂੰ ਜਾਣਿਆ ਹੀ ਨਹੀਂ ਹੈ ਤਾਂ ਸਭ ਕੁਝ ਹੀ ਹੈ। ਗੁਰੂ ਨੇ ਇਹਦੇ ਬਾਰੇ ਜਾਣਕਾਰੀ ਦੇਣੀ ਹੈ, ਪਰ ਜਿਹਨੇ ਸਾਂਝ ਨਹੀਂ ਪਾਈ ਉਹ ਜਿਵੇਂ ਆਇਆ ਸੀ ਉਹਨੂੰ ਉਸੇ ਤਰ੍ਹਾਂ ਹੀ ਸੰਸਾਰ ਦੇ ਵਿੱਚੋਂ ਜਾਣਾ ਪੈਂਦਾ ਹੈ। ਉਹਦੇ ਹਾਲਾਤ ਕੀ ਬਣਦੇ ਨੇ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਫਿੱਕੋ ਫਿੱਕਾ ਸਦੀ ਹੈ ਫਿੱਕੇ ਫਿੱਕੀ ਸੋਏ। ਫਿੱਕਾ ਦਰਗਾਹ ਸੱਟੀ ਹੈ ਮੂੰਹ ਥੁੱਕਾਂ ਫਿੱਕੇ ਪਾਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਫਿੱਕਾ ਦਰਗਾਹ ਸੁੱਟੀ ਹੈ। ਦਰਗਾਹ ਲਫ਼ਜ਼ ਪਿੱਛੇ ਵੀ ਆਇਆ ਸੀ, ਆਪਾਂ ਵਿਚਾਰਿਆ ਸੀ।
ਫਿੱਕਾ ਦਰਗਾ ਸਟੀਐ ਮੁੱਠਕਾਂ ਫਿੱਕੇ ਪਾਏ। ਜਦੋਂ ਸੁਰਤ ਸ਼ਬਦ ਨਾਲ ਸੁਮੇਲ ਹੁੰਦੀ ਹੈ, ਜਦੋਂ ਗੁਰੂ ਸਾਡੇ ਜੀਵਨ ਦੇ ਵਿੱਚ ਵਰਤਣਾ ਸ਼ੁਰੂ ਹੋ ਜਾਵੇ, ਜਦੋਂ ਗੁਣ ਜੀਵਨ ਦੇ ਅੰਦਰ ਆ ਜਾਣ, ਗੁਣਾਂ ਨੂੰ ਧਾਰਨ ਕਰਕੇ ਮਨੁੱਖ ਜੀਵਨ ਬਸਰ ਕਰਨਾ ਸ਼ੁਰੂ ਕਰਦਾ, ਇਸ ਨੂੰ ਗੁਰਬਾਣੀ ਦੇ ਵਿੱਚ ਦਰਗਾ ਆਖਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹਨ, ਫਿਰ ਉਸ ਅਵਸਥਾ ਦੇ ਵਿੱਚ ਮਨੁੱਖ ਪ੍ਰਵਾਨ ਨਹੀਂ ਹੁੰਦਾ। ਕਿਹੜਾ? ਜਿਹੜਾ ਨਾਨਕ ਫਿੱਕੇ ਭੁੱਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ। ਫਿੱਕਾ ਦਰਗਾ ਸਟੀਐ ਮੋਹ ਥੁੱਕਾਂ ਫਿੱਕੇ ਪਾਏ। ਉਹ ਬੰਦਾ ਉਸ ਅਵਸਥਾ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ। ਕਿਉਂ? ਕਿਉਂਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਉਹਨੇ ਆਪਣੀ ਜ਼ਿੰਦਗੀ ਦੇ ਕਾਰਜ ਨੂੰ ਸਵਾਰਨ ਦੀ ਜ਼ਿੰਮੇਵਾਰੀ ਆਪ ਚੁੱਕੀ ਨਹੀਂ ਕਿ ਮੈਂ ਆਪਣੇ ਜੀਵਨ ਨੂੰ ਸਵਾਰਨਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਬੜਾ ਸੋਹਣਾ ਫਰਮਾਉਂਦੇ ਨੇ, ਫਿੱਕਾ ਦਰਗਾ ਸਟੀਐ। ਉਹ ਉੱਥੇ ਵੀ ਫਿਰ ਪ੍ਰਵਾਨ ਨਹੀਂ ਹੁੰਦਾ। ਉਸ ਅਵਸਥਾ ਦੇ ਵਿੱਚ ਵੀ ਮੋਹ ਤੁਕਾਂ ਫਿੱਕੇ ਪਾਏ। ਮੋਹ ਤੁਕਾਂ ਫਿੱਕੇ ਪਾਏ। ਪਿੱਛੇ ਜਿਹੜਾ ਅਸੀਂ ਪਾਵਨ ਸ਼ਲੋਕ ਵਿਚਾਰਿਆ ਸੀ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਘਿਰਤ ਤਾਂ ਹੁਆ ਪਾਕ, ਪਵਿੱਤ ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿਤ, ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਹੇ ਨਾਨਕ, ਇਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਹੇ। ਉਸ ਭੋਜਨ ਤੇ ਥੁੱਕਾਂ ਕਦੋਂ ਪੈਂਦੀਆਂ ਨੇ? ਜਦੋਂ ਸਰੀਰ ਦੇ ਵਿੱਚ ਹੋ ਕੇ ਬਾਹਰ ਆਉਂਦਾ, ਜਦੋਂ ਬੋਡੀ ਨੇ ਰਸ ਲੈ ਲਿਆ ਸਾਰਾ, ਫੋਗ ਦੇ ਰੂਪ ਦੇ ਵਿੱਚ ਵਿਸ਼ਟਾ ਜਾਂ ਉਲਟੀ ਦੇ ਰੂਪ ਦੇ ਵਿੱਚ ਬਾਹਰ ਆਇਆ, ਤੇ ਲੋਕ ਉਹਦੇ ਥੁੱਕਾਂ ਸੁੱਟਦੇ ਨੇ। ਕਿਉਂ? ਕਿਉਂਕਿ ਹੁਣ ਉਹਦੇ ਵਿੱਚ ਵੇਖਣ ਨੂੰ ਚੰਗਾ ਨਹੀਂ ਰਹਿ ਗਿਆ, ਉਹ ਸਵਾਦ ਨਹੀਂ ਰਹਿ ਜਾਂਦਾ ਉਹਦੇ ਵਿੱਚ, ਤੇ ਉਹ ਸੁਗੰਧੀ ਨਹੀਂ ਰਹਿ ਜਾਂਦੀ। ਤੇ ਜਦੋਂ ਬੰਦੇ ਦੇ ਜੀਵਨ ਦੇ ਵਿੱਚ ਗੁਣ ਚੰਗਿਆਈਆਂ ਤੱਤ ਖਤਮ ਹੋ ਜਾਣ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਉਹ ਵੀ ਬੰਦਾ ਹਰੇਕ ਥਾਂ ਤੇ ਬੇਇੱਜ਼ਤ ਹੁੰਦਾ, ਆਪਣੀ ਬੇਇੱਜ਼ਤੀ ਕਰਾਉਂਦਾ, ਕਿਉਂਕਿ ਗੁਣ ਜੀਵਨ ਦੇ ਵਿੱਚ ਨਹੀਂ। ਗੁਣਾਂ ਕਰਕੇ ਹੀ ਮਨੁੱਖ ਦੀ ਕਦਰ ਹੈ। ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਫਿੱਕਾ ਦਰਗਾ ਸਟੀਐ ਤੁਕਾਂ ਫਿੱਕੇ ਪਾਏ। ਜਿਹੜੇ ਮਨੁੱਖ ਦੇ ਜੀਵਨ ਵਿੱਚ ਗੁਣ ਰਹਿ ਜਾਂਦਾ, ਜਿਹਦਾ ਜੀਵਨ ਬੇਰਸਾ ਹੋ ਜਾਂਦਾ ਹੈ, ਉਹ ਉਸ ਅਵਸਥਾ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ ਜਿੱਥੇ ਸ਼ਬਦ ਦੇ ਸੁਰ ਦਾ ਮਿਲਾਪ ਹੁੰਦਾ, ਸੁਮੇਲ ਹੁੰਦਾ ਹੈ। ਮੋਹ ਤੁਕਾਂ ਫਿੱਕੇ ਪਾਏ। ਉਹ ਬੰਦਾ ਫਿਰ ਹਰੇਕ ਥਾਂ ਤੇ ਬੇਇੱਜ਼ਤ ਹੁੰਦਾ ਹੈ। ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਜਿਹੜੇ ਬੰਦੇ ਦਾ ਜੀਵਨ ਬੇਰਸਾ ਹੋ ਜਾਂਦਾ, ਉਸ ਨੂੰ ਮੂਰਖ ਕਹਿਣਾ ਚਾਹੀਦਾ। ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਉਹ ਹਰੇਕ ਥਾਂ ਤੇ ਜੁੱਤੀਆਂ ਖਾਂਦਾ, ਹਰੇਕ ਥਾਂ ਤੇ ਬੇਇੱਜ਼ਤ ਹੀ ਹੁੰਦਾ ਹੈ। ਹੁਣ ਦੇਖੋ, ਇਸ ਪਾਵਨ ਸ਼ਲੋਕ ਦਾ ਤੱਤ ਸਾਰ ਇਹ ਹੈ ਕਿ ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਕਾਜ ਨੂੰ ਸਵਾਰਨ ਦੀ ਜ਼ਿੰਮੇਵਾਰੀ ਆਪ ਨਹੀਂ ਲਈ, ਆਪਣੀ ਜ਼ਿੰਦਗੀ ਨੂੰ ਸਵਾਰਿਆ ਨਹੀਂ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਉਸ ਦਾ ਜ਼ਿੰਦਗੀ ਦੇ ਵਿੱਚ ਜੋ ਜੀਵਨ ਹੈ ਨਾ, ਉਹ ਬੇਰਸਾ ਹੋ ਜਾਂਦਾ ਹੈ, ਤੇ ਉਹ ਹਰੇਕ ਥਾਂ ਤੇ ਬੇਇੱਜ਼ਤ ਹੁੰਦਾ। ਤੇ ਨਾਲ ਹੀ ਦੋ ਗੱਲਾਂ ਵਾਰ-ਵਾਰ ਸਾਂਝੀਆਂ ਕੀਤੀਆਂ ਸੀ ਕਿ ਸਿਰਫ ਅਸੀਂ ਅਗਲੇ ਬੰਦੇ ਦੀ ਮਿਠਾਸ ਵੇਖ ਕੇ ਕਿ ਬੰਦਾ ਮਿੱਠਾ ਬੋਲਦਾ, ਲੁੱਟੇ ਨਾ ਜਾਈਏ। ਕਿਉਂਕਿ ਅੱਜ ਹੋ ਇਸ ਤਰ੍ਹਾਂ ਨਹੀਂ ਰਿਹਾ, ਸਿਰਫ ਆਪਣੇ ਸਵਾਰ ਦੇ ਕਰਕੇ ਲੋਕ ਮਿੱਠਾ ਬੋਲਦੇ ਨੇ ਤੇ ਅਗਲੇ ਨੂੰ ਲੁੱਟ ਲਿਆ ਜਾਂਦਾ। ਹੁਣ ਦੇਖੋ, ਅਨੇਕਾਂ ਇਹੋ ਜਿਹੇ ਜਿਨ੍ਹਾਂ ਦੇ ਜਵਾਈ ਸਹੁਰਿਆਂ ਦੇ ਜ਼ਮੀਨਾਂ ਹੜੱਪ ਕਰਕੇ ਮਿੱਠਾ ਬੋਲ ਕੇ, ਦੋ ਜਵਾਈ ਨੇ, ਇੱਕ ਉਹ ਹੈ ਜਿਹੜਾ ਮਿੱਠਾ ਬੋਲਦਾ ਹੈ, ਜਿਹਨੇ ਜ਼ਮੀਨ ਸਾਰੀ ਹੜੱਪ ਕਰ ਲਈ, ਤੇ ਦੂਜਾ ਉਹ ਹੈ ਜਿਹੜਾ ਭਾਵੇਂ ਖਰਵਾ ਬੋਲਦਾ ਹੈ ਪਰ ਅੱਖ ਨਹੀਂ ਰੱਖੀ ਜਾਇਦਾਦ ਤੇ ਸਹੁਰਿਆਂ ਦੀ। ਤੇ ਜਦੋਂ ਪਤਨੀ ਜਾਂਦੀ ਸੀ ਪੇਕਿਆਂ ਤੇ ਇਹੀ ਗੱਲ ਕਹਿੰਦਾ ਸੀ ਕਿ ਉੱਥੋਂ ਲਿਆਉਣਾ ਕੁਝ ਨਹੀਂ, ਜੇਕਰ ਕਿਸ ਚੀਜ਼ ਦੀ ਲੋੜ ਹੈ ਤਾਂ ਘਰੋਂ ਲੈ ਆਵੇਂ, ਆਪਾਂ ਲੋਨ ਲੈ ਕੇ ਲੈ ਲਵਾਂਗੇ, ਕਰਜ਼ਾ ਭਾਵੇਂ ਬਾਹਰ ਚੁੱਕਣਾ ਪੈ ਜੇ, ਕਿਉਂਕਿ ਤੇਰਾ ਭਰਾ ਵੀ ਮਗਰ ਆ, ਉਹਨਾਂ ਨੇ ਵੀ ਘਰ ਚਲਾਉਣਾ, ਉਹਨਾਂ ਨੇ ਬੱਚੇ ਪਾਲਣੇ, ਫੀਸਾਂ ਉਤਾਰਨੀਆਂ ਨੇ, ਉੱਥੋਂ ਲੈ ਕੇ ਕੁਝ ਨਹੀਂ ਹੋਣਾ। ਹੁਣ ਦੇਖੋ, ਉਹ ਵੀ ਜਵਾਈ ਹੈ ਤੇ ਉਹ ਵੀ ਜਵਾਈ ਹੈ। ਪਹਿਲਾ ਉਹ ਹੈ ਜਿਹੜਾ ਮਿੱਠਾ ਬੋਲ ਕੇ ਸਭ ਕੁਝ ਹੜੱਪ ਕਰ ਗਿਆ, ਤੇ ਦੂਜਾ ਜਿਹੜਾ ਚਾਹੇ ਬੋਲਦਾ ਖਰਵਾ ਸੀ ਪਰ ਨਹੀਂ, ਮਤਲਬ ਨਹੀਂ ਬਣਦਾ ਕਿ ਉੱਥੋਂ ਕੁਝ ਲੈ ਕੇ ਆਵੇ, ਕਿਉਂਕਿ ਉਹ ਸਮਝਦਾ ਕਿ ਜਿਵੇਂ ਦਾ ਮੇਰਾ ਪਰਿਵਾਰ ਹੈ ਉਵੇਂ ਦਾ ਉਹਨਾਂ ਦਾ ਵੀ ਹੈਗਾ। ਘਰਾਂ ਦੇ ਵਿੱਚ ਦੇਖੋ, ਕਈ ਨੂੰਹਾਂ, ਕੋਈ ਰਿਸ਼ਤੇਦਾਰ ਜਦੋਂ ਆ ਜਾਵੇ, ਮੰਮੀ ਜੀ, ਡੈਡੀ ਜੀ, ਪਾਪਾ ਜੀ, ਮੰਮੀ ਜੀ, ਇਹ ਗੱਲਾਂ ਕਹਿੰਦੀਆਂ ਨੇ, ਪਰ ਜਦੋਂ ਘਰ ਦੇ ਵਿੱਚ ਚਲੇ ਜਾਣ ਤਾਂ ਫਿਰ ਉਹੀ ਕੁਝ ਹੈ। ਸੱਸਾਂ ਕੰਮ ਨੂੰ ਲੱਗੀਆਂ ਹੁੰਦੀਆਂ, ਨੂੰਹਾਂ ਮੰਜੇ 'ਤੇ ਬੈਠੀਆਂ ਹੁੰਦੀਆਂ ਨੇ ਫੋਨ ਫੜ ਕੇ। ਕਈਆਂ ਘਰਾਂ ਦੇ ਇਹੋ ਜਿਹੇ ਹਾਲਾਤ ਨੇ, ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ, ਕਈਆਂ ਦੇ ਵਿੱਚ ਮਾਵਾਂ ਧੀਆਂ ਦੇ ਤਰ੍ਹਾਂ ਪਿਆਰ ਵੀ ਬਣਿਆ ਹੁੰਦਾ ਹੈ। ਪਰ ਹੁਣ ਜਦੋਂ ਕੋਈ ਆ ਜਾਏ, ਮੰਮੀ ਜੀ, ਪਾਪਾ ਜੀ ਜਿਹੜੇ ਕਰ ਰਹੀ ਹੈ ਜਾਂ ਉੱਦਾਂ ਵੀ ਕਰ ਰਹੀ ਹੈ, ਅੰਦਰ ਭਾਵਨਾ ਜੇਕਰ ਚੰਗੀ ਨਹੀਂ, ਹੁਣ ਦੇਖੋ ਇਹੋ ਜਿਹੇ ਹਾਲਾਤ ਵੀ ਨੇ, ਜ਼ੁਬਾਨ ਤੋਂ ਮਿੱਠਾ ਬੋਲਦੇ ਨੇ, ਪਰ ਜਦੋਂ ਪਾਪਾ ਜੀ ਚਾਹ ਦਾ ਕੱਪ ਕਹਿ ਦੇਣ ਕਿ ਚਾਹ ਦਾ ਕੱਪ ਬਣਾ ਕੇ ਮੈਂ ਦੇ ਦੇ, ਨਹੀਂ, ਉਵੇਂ ਸਰਦਾਰ ਜੀ ਕਹਿਣਾ
ਤੇ ਜਦੋਂ ਸਰਦਾਰ ਜੀ ਕੋਈ ਕੰਮ ਕਹਿ ਦਿੰਦੇ ਤਾਂ ਕੰਮ ਉਹਦਾ ਕਰਨਾ, ਨਹੀਂ ਤੇ ਫਿਰ ਜ਼ੁਬਾਨ ਤੋਂ ਮਿੱਠਾ ਬੋਲਿਆ ਕੀ ਕਰਨਾ। ਜੇਕਰ ਮਨੁੱਖ ਦੇ ਜੀਵਨ ਦੇ ਵਿੱਚ ਅੰਦਰ ਮਿਠਾਸ ਭਾਵਨਾ ਚੰਗੀ ਭਲਾ ਸੋਚ ਰਿਹਾ, ਚਾਹੇ ਜ਼ੁਬਾਨ ਤੋਂ ਖਰਵਾ ਬੋਲ ਰਿਹਾ, ਉਹ ਦਰ ਤੇ ਪ੍ਰਵਾਨ ਹੈ ਅਕਾਲ ਪੁਰਖ ਦੇ। ਪਰ ਜੇਕਰ ਜ਼ੁਬਾਨ ਤੋਂ ਮਿੱਠਾ, ਅੰਦਰ ਮੰਤਵ ਭਾਵਨਾ ਚੰਗੀ ਨਹੀਂ ਹੈ, ਅੰਦਰੋਂ ਮਾੜਾ ਸੋਚ ਰਿਹਾ, ਉਹ ਕਦੀ ਪਰਵਾਨ ਨਹੀਂ ਹੋ ਸਕਦਾ। ਸਾਨੂੰ ਇਹ ਵੇਖਣ ਦੀ ਲੋੜ ਹੈ ਕਿ ਅਸੀਂ ਕਿਤੇ ਅਗਲੇ ਬੰਦੇ ਦੀ ਮਿਠਾਸ ਨੂੰ ਵੇਖ ਕੇ ਲੁੱਟੇ ਨਾ ਜਾਈਏ। ਕਿਤੇ ਵੇਖਣਾ ਪਵੇਗਾ ਅਗਲੇ ਬੰਦੇ ਦਾ ਮੰਤਵ ਕੀ ਹੈ, ਉਹ ਸੋਚ ਕੀ ਰਿਹਾ ਹੈ, ਉਹ ਭਲਾ ਚਾਹੁੰਦਾ ਹੈ ਜਾਂ ਕਿਸ ਦਾ ਮਾੜਾ ਚਾਹੁੰਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਗੱਲ ਸਾਨੂੰ ਇਸ ਪਾਵਨ ਸ਼ਲੋਕ ਦੇ ਵਿੱਚ ਸਮਝਾਈ ਹੈ। ਨਾਨਕ ਫਿੱਕਿਆਂ ਬੋਲੇ ਤਨ ਮਨ ਫਿੱਕਾ ਹੋਏ, ਕਿ ਜੇਕਰ ਜ਼ੁਬਾਨ ਤੇ ਵੀ ਖਰਵਾਪਨ ਹੈ, ਕੌੜਾਪਨ ਹੈ, ਤੇ ਅੰਦਰ ਭਾਵਨਾ ਵੀ ਮਾੜੀ ਹੈ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਤਨ ਮਨ ਫਿੱਕਾ ਹੋਏ। ਫਿਰ ਤਨ ਵੀ ਫਿੱਕਾ ਹੈ ਤੇ ਮਨ ਵੀ ਫਿੱਕਾ। ਲੋਕ ਕਹਿੰਦੇ ਨੇ ਬੰਦਾ ਬੜਾ ਭੈੜਾ ਹੈ, ਇਹਦੇ ਜੀਵਨ ਦੇ ਵਿੱਚ ਕੋਈ ਗੁਣ ਨਹੀਂ ਹੈਗਾ, ਕਿਸੇ ਦੇ ਕੰਮ ਨਹੀਂ ਆਉਂਦਾ, ਇਹਦੀ ਪਰਿਵਾਰ ਵਾਲਿਆਂ ਨਾਲ ਨਹੀਂ ਬਣਦੀ, ਦੋਸਤਾਂ ਨਾਲ ਨਹੀਂ ਬਣਦੀ, ਜਿੱਥੇ ਕੰਮ ਕਰਦਾ ਉੱਥੇ ਲੜਾਈ ਕਰਕੇ ਆ ਜਾਂਦਾ। ਉਹਦੀ ਛਵੀ ਇਹੋ ਜਿਹੀ ਸਮਾਜ ਦੇ ਵਿੱਚ ਬਣ ਜਾਂਦੀ ਹੈ ਕਿ ਇਹ ਤਨ ਤੇ ਮਨ ਕਰਕੇ ਫਿੱਕਾ ਹੈ। ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੂਏ, ਉਹ ਬੰਦਾ ਫਿੱਕਾ ਕਰਕੇ ਮਸ਼ਹੂਰ ਹੋ ਜਾਂਦਾ ਹੈ, ਮਾੜਾ ਕਰਕੇ ਮਸ਼ਹੂਰ ਹੁੰਦਾ ਹੈ। ਫਿੱਕੇ ਫਿੱਕੀ ਸੂਏ, ਫਿੱਕਾ ਦਰਗਾਹ ਸੱਟੀ ਹੈ, ਮੂੰਹ ਥੁੱਕਾਂ ਫਿੱਕੇ ਪਾਏ। ਫਿੱਕਾ ਦਰਗਾਹ ਭਾਵ ਜਿੱਥੇ ਸ਼ਬਦ ਤੇ ਸੁਰ ਦਾ ਸੁਮੇਲ ਹੋਣਾ, ਉਸ ਅਵਸਥਾ ਦੇ ਵਿੱਚ ਫਿਰ ਬੰਦਾ ਪ੍ਰਵਾਨ ਨਹੀਂ ਹੁੰਦਾ। ਮੂੰਹ ਥੁੱਕਾਂ ਫਿੱਕੇ ਪਾਏ, ਫਿਰ ਹਰੇਕ ਥਾਂ ਤੇ ਬੇਇੱਜ਼ਤੀ ਕਰਵਾਉਂਦਾ ਹੈ। ਫਿੱਕਾ ਮੂਰਖ ਆਖੀਐ ਪਾਣਾ ਲਾਹੈ ਸਜਾਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਜਿਸ ਮਨੁੱਖ ਦਾ ਜੀਵਨ ਬੇਰਸਾ ਹੋ ਜਾਂਦਾ ਹੈ, ਉਹ ਹਰੇਕ ਥਾਂ ਤੇ ਆਪਣੀ ਬੇਇੱਜ਼ਤੀ ਕਰਾਉਂਦਾ ਹੈ, ਜੁੱਤੀਆਂ ਹੀ ਖਾਂਦਾ ਹੈ। ਕਿਉਂਕਿ ਜ਼ੁਬਾਨ ਹੈ ਜਿਹੜੀ ਇਹ ਇੱਜ਼ਤ ਵੀ ਦਵਾ ਦਿੰਦੀ ਹੈ ਤੇ ਜ਼ੁਬਾਨ ਜੁੱਤੀਆਂ ਵੀ ਪਵਾ ਦਿੰਦੀ ਹੈ। ਜ਼ੁਬਾਨ ਹੈ ਜੇਕਰ ਚੰਗਾ ਬੋਲੇਗੀ ਤਾਂ ਫੁੱਲਾਂ ਦੇ ਹਾਰ ਵੀ ਪੈ ਜਾਂਦੇ ਨੇ, ਜੇਕਰ ਮਾੜਾ ਬੋਲੇਗੀ ਤਾਂ ਫਿਰ ਜੁੱਤੀਆਂ ਦੇ ਹਾਰ ਵੀ ਪੈ ਜਾਂਦੇ ਨੇ। ਸੋ ਅਸੀਂ ਵੇਖਣਾ ਹੈ ਕਿ ਅਸੀਂ ਕਿਹੜੇ ਬੰਨੇ ਨੂੰ ਤੁਰਨਾ ਹੈ। ਜੇਕਰ ਆਪਣਾ ਹੱਥੀਂ ਆਪਣਾ ਆਪ ਹੀ ਕਾ ਸਵਾਰੀ ਹੈ, ਜੇਕਰ ਆਪਣੀ ਜ਼ਿੰਦਗੀ ਨੂੰ ਸਵਾਰਨ ਦੀ ਜ਼ਿੰਮੇਵਾਰੀ ਅਸੀਂ ਆਪ ਲੈ ਲਵਾਂਗੇ ਤਾਂ ਬੜਾ ਸੋਹਣਾ ਜਿਹੜਾ ਜੀਵਨ ਬਣ ਜਾਵੇਗਾ। ਇਹਦਾ ਫਾਇਦਾ ਸਾਨੂੰ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹੀ ਗੱਲ ਸਾਨੂੰ ਸਮਝਾਈ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਸਵਾਰਨ ਦੀ ਜ਼ਿੰਮੇਵਾਰੀ ਆਪ ਲਓ। ਮਨੁੱਖ ਹੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਆਪ ਸਵਾਰ ਸਕਦਾ ਹੈ, ਜੇਕਰ ਨਹੀਂ ਸਵਾਰਦਾ ਫਿਰ ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਫਿਰ ਉਹ ਹਰੇਕ ਥਾਂ ਤੇ ਬੇਇੱਜ਼ਤ ਹੁੰਦਾ ਹੈ, ਜਿਸ ਦਾ ਜੀਵਨ ਬੇਰਸਾ ਬਣ ਜਾਂਦਾ ਹੈ। ਸੋ ਅਸੀਂ ਵੇਖਣਾ, ਅਸੀਂ ਆਪਣੇ ਜੀਵਨ ਨੂੰ ਬੇਰਸਾ ਬਣਾਉਣਾ ਹੈ ਜਾਂ ਰਸ ਵਾਲਾ ਬਣਾਉਣਾ ਹੈ। ਜਿਨੀ ਨ ਪਾਇਓ ਪ੍ਰੇਮ ਰਸ ਕੰਤ ਨ ਪਾਇਓ ਸਾਓ, ਸੁਨੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਓ। ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਜੱਜਮੈਂਟ ਕਰਿਆ ਕਰੀਏ ਕਿ ਜਿਹੜਾ ਬੰਦਾ ਜ਼ੁਬਾਨ ਤੋਂ ਮਿੱਠਾ ਬੋਲ ਰਿਹਾ ਉਹਦੇ ਅੰਦਰ ਮੰਤਵ ਚੰਗਾ ਹੈ, ਭਾਵਨਾ ਚੰਗੀ ਹੈ ਜਾਂ ਨਹੀਂ। ਦੋ ਗੱਲਾਂ ਵਾਰ-ਵਾਰ ਸਾਂਝੀਆਂ ਕੀਤੀਆਂ ਸੀ ਕਿ ਬੰਦੇ ਦੀ ਜ਼ੁਬਾਨ ਮਿੱਠੀ ਹੈ, ਹੋ ਸਕਦਾ ਅੰਦਰ ਭਾਵਨਾ ਚੰਗੀ ਨਾ ਹੋਵੇ। ਜ਼ੁਬਾਨ ਤੋਂ ਖਰਵਾ ਬੋਲ ਰਿਹਾ, ਅੰਦਰ ਭਾਵਨਾ ਚੰਗੀ ਹੋ ਸਕਦੀ ਹੈ। ਜੇਕਰ ਜ਼ੁਬਾਨ ਤੋਂ ਮਿੱਠਾ ਬੋਲ ਰਿਹਾ, ਅੰਦਰ ਭਾਵਨਾ ਵੀ ਚੰਗੀ, ਫਿਰ ਤਾਂ ਸੋਨੇ ਤੇ ਸੁਹਾਗਾ ਹੈ। ਤੇ ਜੇਕਰ ਜ਼ੁਬਾਨ ਤੋਂ ਵੀ ਕੌੜਾ ਬੋਲ ਰਿਹਾ ਤੇ ਅੰਦਰ ਭਾਵਨਾ ਵੀ ਚੰਗੀ ਨਹੀਂ ਹੈ, ਫਿਰ ਤਾਂ ਬੰਦਾ ਬਰੂਦ ਦੇ ਸਮਾਨ ਹੈ। ਉਹਦਾ ਕਦੋਂ ਵੀ ਕਿਸ ਦੇ ਘਰ ਦੇ ਵਿੱਚ ਕਲੇਸ਼ ਪਵਾ ਸਕਦਾ ਹੈ, ਚੁਗਲੀ ਨਿੰਦਿਆ ਕਰਕੇ ਕੁਝ ਵੀ ਕਰਕੇ ਇਸ ਦਾ ਘਰ ਵੀ ਬਰਬਾਦ ਕਰ ਸਕਦਾ। ਜੇ ਬਹੁਤ ਕੁਝ ਜਿਹੜੇ ਸਮਾਜ ਦੇ ਵਿੱਚ ਇਸ ਤਰ੍ਹਾਂ ਵਾਪਰ ਰਿਹਾ ਹੈ। ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਸੋ ਜਿਸ ਬੰਦੇ ਦਾ ਜੀਵਨ ਬੇਰਸਾ ਹੋ ਜਾਂਦਾ ਹੈ, ਉਹ ਹਰੇਕ ਥਾਂ ਤੇ ਆਪਣੀ ਬੇਇੱਜ਼ਤੀ ਕਰਾਉਂਦਾ। ਸੋ ਅਸੀਂ ਵੀ ਕੋਸ਼ਿਸ਼ ਕਰੀਏ ਆਪਣੇ ਜੀਵਨ ਦੇ ਅੰਦਰ ਗੁਣ ਚੰਗਿਆਈਆਂ ਤੱਤ ਲੈ ਕੇ ਆਈਏ, ਤਾਂ ਜੋ ਅਸੀਂ ਵੀ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋ ਸਕੀਏ। ਇਹ ਪਾਵਨ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਲੋਕ ਦੇ ਰਾਹੀਂ ਸਾਨੂੰ ਦੇਣਾ ਕੀਤਾ ਹੈ।